ਮੈਨੂੰ ਵੀ ਸੰਗਰੂਰ ਲੋਕ ਸਭਾ ਹਲਕੇ ਦੀ ਜਿਹੜੀ ਹੈ ਬਤੌਰ ਇੰਚਾਰਜ ਸੇਵਾ ਪਾਰਟੀ ਪ੍ਰਧਾਨ ਸਾਹਿਬ ਨੇ ਦਿੱਤੀ ਹੈ ਔਰ ਅਸੀਂ ਬਹੁਤ ਜਲਦੀ ਤੋਂ ਪ੍ਰੋਗਰਾਮ ਲੀਕ ਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਵਾਰਡ ਹਰ ਪਿੰਡ ਤੱਕ ਪਹੁੰਚ ਹੈ ਜਿਹੜੀ ਜਥੇਬੰਦਕ ਤੌਰ ਤੇ ਚੋਣਾਂ ਤੋਂ ਪਹਿਲਾਂ ਕਰ ਲਾਂਗੇ ਤਾਂ ਕਿ ਸਾਰਾ ਸਹੀ ਢੰਗ ਨਾਲ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਸਕੇ। ਸੰਗਰੂਰ ਜ਼ਿਲ੍ਹਾ ਜਿਹੜਾ ਸੰਗਰੂਰ ਬਰਨਾਲਾ ਮਲੇਰਕੋਟਲਾ ਜਿਹੜਾ ਪੁਰਾਣਾ ਸੰਗਰੂਰ ਪਾਰਲੀਮੈਂਟ ਕੌਂਸਟੀਚੁਐਂਸੀ ਕਹਿ ਲਈਏ, ਇਹ ਜਿਹੜਾ ਏਰੀਆ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਿਸੇ ਟਾਈਮ ਗੜ ਰਿਹਾ। ਇਹ ਐਸਾ ਵੀ ਸਮਾਂ ਰਿਹਾ ਕਿ 10 ਦੀਆਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤਦਾ ਹੈ। ਠੀਕ ਹੈ, ਸਮੇਂ ਬਦਲਦੇ ਨੇ। ਜੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਸੰਗਰੂਰ ਜ਼ਿਲ੍ਹੇ 'ਚ ਦਿਖਾਉਣ 'ਚ ਕਾਮਯਾਬ ਹੋਈ ਹੈ ਤਾਂ ਉਸ ਤੋਂ ਬਾਅਦ ਪਾਰਲੀਮੈਂਟ ਜੋ ਉਹਨਾਂ ਦਾ ਹਾਲ ਹੋਇਆ ਉਹ ਵੀ ਆਪਣੇ ਸਾਹਮਣੇ ਹੈ। ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਵੀ ਲੀਡਰ ਬਰਕਰਾਰ ਕਰਕੇ ਰੱਖ ਸਕੇ, ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਰੱਖ ਸਕੇ ਨੇ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਅਨੂਜਾ ਸ਼ਰਮਾ। ਚੋਣ ਮੈਦਾਨ ਫਿਰ ਤੋਂ ਪੰਜਾਬ ਦੇ ਵਿੱਚ ਭਖਣਾ ਸ਼ੁਰੂ ਹੋ ਗਿਆ। ਜਿਸ ਵਕਤ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਭਾਵੇਂ ਕੋਈ ਵੀ ਪਾਰਟੀ ਕਹਿ ਲਓ, ਹਰ ਪਾਰਟੀ ਅੰਦਰ ਖਾਤੇ ਆਪਣੀ ਤਿਆਰੀਆਂ ਪੂਰਨ ਤਰੀਕੇ ਨਾਲ ਜਾਰੀ ਰੱਖੀ ਬੈਠੀ ਹੈ। ਭਾਵੇਂ ਅਕਾਲੀ ਦਲ ਦੀ ਅਗਰ ਅਸੀਂ ਗੱਲ ਕਰੀਏ, ਉਹਨਾਂ ਨੇ ਆਪਣੇ 10 ਇੰਚਾਰਜ ਹਾਲੇ ਲਗਾ ਦਿੱਤੇ ਨੇ। ਜੇਕਰ ਇਸ ਵਕਤ ਅਸੀਂ ਅਕਾਲੀ ਦਲ ਦੇ ਇੰਚਾਰਜ ਦੀ ਗੱਲ ਕਰਦੇ ਹਾਂ, ਉਹਨਾਂ ਦੀ ਰਣਨੀਤੀ ਦੀ ਗੱਲ ਕਰਦੇ ਹਾਂ, ਤੇ ਫਿਰ ਗੱਲ ਕਰਾਂਗੇ ਜਿਹੜੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਜੀ, ਉਹਨਾਂ ਦੇ ਨਾਲ ਗੱਲ ਕਰਾਂਗੇ। ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਕੀ ਸਟ੍ਰੈਟਜੀ ਇਸ ਵਕਤ ਅਕਾਲੀ ਦਲ ਦੀ ਚੱਲ ਰਹੀ ਹੈ। ਸਰ, ਪਹਿਲਾਂ ਤਾਂ ਬਹੁਤ ਸਵਾਗਤ ਗਲੋਬਲ ਪੰਜਾਬ ਟੀਵੀ। ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ। ਸਰ, ਜਿਸ ਵਕਤ ਅਸੀਂ ਗੱਲ ਕਰਦੇ ਹਾਂ ਨਾ ਸਟ੍ਰੈਟਜੀਜ਼ ਦੀ, ਲੋਕ ਸਭਾ ਜਿਹੜੀ ਚੋਣਾਂ ਆ ਗਈਆਂ ਨੇ, ਫਿਰ ਕੀ ਸਟ੍ਰੈਟਜੀ ਐਤਕੀ ਰਹਿਣ ਵਾਲੀ ਹੈ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਦੇ ਲਈ? ਕੌਣ ਚਿਹਰੇ ਹੋ ਸਕਦੇ ਨੇ? ਕੀ ਇਹਨਾਂ ਦੀ ਤਿਆਰੀ ਪਲੈਨਿੰਗ ਅੰਦਰੋਂ ਖਾਤੇ ਹੋ ਗਈ? ਨਹੀਂ, ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਹਲੇ 10 ਲੋਕ ਸਭਾ ਹਲਕਿਆਂ ਦੇ ਤਾਲਮੇਲ ਕਰਨ ਲਈ ਔਰ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਉਹਨਾਂ ਹਲਕਿਆਂ ਵਿੱਚ, ਪਾਰਲੀਮੈਂਟ ਹਲਕਿਆਂ ਵਿੱਚ ਸਹੀ ਔਰ ਸੱਜੇ ਢੰਗ ਨਾਲ ਪਾਰਟੀ ਨੂੰ, ਵਰਕਰਾਂ ਨੂੰ ਲਾਮਬੰਦ ਕਰਨ ਲਈ, ਪਾਰਟੀ ਪ੍ਰੋਗਰਾਮਾਂ ਨੂੰ ਥੱਲੇ ਤੱਕ ਲੈ ਕੇ ਜਾਣ ਲਈ ਇੰਚਾਰਜ ਨੇ ਜਿਹੜੇ ਉਹ ਨਿਯੁਕਤ ਕੀਤੇ ਨੇ, ਤਾਂ ਕਿ ਲੋਕ ਸਭਾ ਚੋਣਾਂ ਵਿੱਚ ਵਰਕਰਾਂ ਦਾ ਲੋਕਾਂ ਨਾਲ ਔਰ ਲੀਡਰਸ਼ਿਪ ਦਾ ਵਰਕਰਾਂ ਔਰ ਲੋਕਾਂ ਨਾਲ ਸਹੀ ਤਾਲਮੇਲ ਹੈ ਜਿਹੜਾ ਉਹ ਸਥਾਪਿਤ ਕੀਤਾ ਜਾ ਸਕੇ। ਸੋ ਉਸ ਦੇ ਤਹਿਤ ਮੈਨੂੰ ਵੀ ਸੰਗਰੂਰ ਲੋਕ ਸਭਾ ਹਲਕੇ ਦੀ ਜਿਹੜੀ ਹੈ ਬਤੌਰ ਇੰਚਾਰਜ ਸੇਵਾ ਪਾਰਟੀ ਪ੍ਰਧਾਨ ਸਾਹਿਬ ਨੇ ਦਿੱਤੀ ਹੈ ਔਰ ਅਸੀਂ ਬਹੁਤ ਜਲਦੀ ਤੋਂ ਪ੍ਰੋਗਰਾਮ ਲੀਕ ਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਵਾਰਡ ਹਰ ਪਿੰਡ ਤੱਕ ਪਹੁੰਚ ਹੈ ਜਿਹੜੀ ਜਥੇਬੰਦਕ ਤੌਰ ਤੇ ਚੋਣਾਂ ਤੋਂ ਪਹਿਲਾਂ ਕਰ ਲਾਂਗੇ ਤਾਂ ਕਿ ਸਾਰਾ ਸਹੀ ਢੰਗ ਨਾਲ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਸਕੇ ਔਰ ਸੰਗਰੂਰ ਪਾਰਲੀਮੈਂਟ ਸੀਟ ਹੈ ਜਿਹੜੀ ਉਹਨੂੰ ਵਧੀਆ ਔਰ ਸੱਜੇ ਢੰਗ ਨਾਲ ਲੜ ਕੇ ਅਸੀਂ ਜਿੱਤ ਪ੍ਰਾਪਤ ਕਰ ਸਕੀਏ। ਤੁਹਾਨੂੰ ਸਰ ਉਹ ਸੀਟ ਮਿਲੀ ਹੈ ਜਿਹੜੀ ਮੁੱਖ ਮੰਤਰੀ ਦੀ ਆਪਣੀ ਸੀਟ ਸੀ, ਔਰ ਕਿਤੇ ਨਾ ਕਿਤੇ ਕਿਹਾ ਜਾਂਦਾ ਸੀ ਕਿ ਉਹ ਸੀਟ ਅਜਿਹੀ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਬੂਰ ਪਿਆ, ਉੱਥੋਂ ਦੀ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ। ਕਿਤੇ ਨਾ ਕਿਤੇ ਲੱਗਦਾ ਹੈ ਬਹੁਤ ਚੈਲੰਜਿੰਗ ਸੀਟ ਹੈ ਤੁਹਾਡੇ ਵਾਸਤੇ ਇਸ ਵਕਤ? ਨਹੀਂ, ਦੇਖੋ, ਜਿਹੜੀ ਗੱਲ ਇਹ ਹੈ ਜੀ, ਠੀਕ, ਬਿਲਕੁਲ ਠੀਕ ਕਿਹਾ ਤੁਸੀਂ ਵੀ ਆਮ ਆਦਮੀ ਪਾਰਟੀ ਨੂੰ ਸੰਗਰੂਰ ਤੋਂ ਹੀ ਵੱਡਾ ਬਲ ਮਿਲਿਆ, ਪਰ ਇਹ ਵੀ ਸੱਚ ਹੈ ਕਿ ਸੰਗਰੂਰ ਜ਼ਿਲ੍ਹਾ ਜਿਹੜਾ ਸੰਗਰੂਰ ਬਰਨਾਲਾ ਮਲੇਰਕੋਟਲਾ ਜਿਹੜਾ ਪੁਰਾਣਾ ਸੰਗਰੂਰ ਪਾਰਲੀਮੈਂਟ ਕੌਂਸਟੀਚੁਐਂਸੀ ਕਹਿ ਲਈਏ, ਇਹ ਜਿਹੜਾ ਏਰੀਆ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਿਸੇ ਟਾਈਮ ਗੜ ਰਿਹਾ। ਇਹ ਐਸਾ ਵੀ ਸਮਾਂ ਰਿਹਾ ਕਿ 10 ਦੀਆਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤਦਾ ਰਿਹਾ। ਠੀਕ ਹੈ, ਸਮੇਂ ਬਦਲਦੇ ਨੇ। ਜੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਸੰਗਰੂਰ ਜ਼ਿਲ੍ਹੇ 'ਚ ਦਿਖਾਉਣ 'ਚ ਕਾਮਯਾਬ ਹੋਈ ਹੈ ਤਾਂ ਉਸ ਤੋਂ ਬਾਅਦ ਪਾਰਲੀਮੈਂਟ ਜੋ ਉਹਨਾਂ ਦਾ ਹਾਲ ਹੋਇਆ ਉਹ ਵੀ ਆਪਣੇ ਸਾਹਮਣੇ ਹੈ 3 ਮਹੀਨਿਆਂ 'ਚ ਹੀ। ਸੋ ਇਸ ਕਰਕੇ ਜਿਹੜੇ ਸੰਗਰੂਰ ਦਾ ਵੋਟਰ ਹੈ, ਸਾਰੇ ਪੰਜਾਬ ਦਾ ਆਪਾਂ ਕਹੀਏ ਵੋਟਰ ਹੈ, ਉਹ ਕਾਰਗੁਜ਼ਾਰੀ ਦੇ ਆਧਾਰ 'ਤੇ ਵੋਟ ਪਾਉਂਦਾ। ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਤੋਂ ਕਈ ਗਲਤੀਆਂ ਵੀ ਹੋਈਆਂ ਔਰ ਕਈ ਜਗ੍ਹਾ ਸਾਨੂੰ ਇੰਨੇ ਬੁਰੇ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਜਾਂ ਹੋਰ ਤਰੀਕੇ ਨਾਲ ਬਦਨਾਮ ਕਰ ਦਿੱਤਾ ਗਿਆ, ਸਾਨੂੰ ਨੁਕਸਾਨ ਹੋਇਆ। ਪਰ ਦੁਬਾਰਾ ਲੋਕ ਪੰਜਾਬ ਦੇ ਮਹਿਸੂਸ ਕਰਨ ਲੱਗੇ ਨੇ ਕਿ ਖੇਤਰੀ ਪਾਰਟੀ ਬਿਨਾਂ, ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ, ਪੰਜਾਬ ਦੇ ਹਿੱਤਾਂ ਦੀ, ਪੰਥਕ ਹਿੱਤਾਂ ਦੀ ਨੁਮਾਇੰਦਗੀ ਹੈ ਜਿਹੜੀ ਸਹੀ ਔਰ ਸੱਜੇ ਢੰਗ ਨਾਲ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਪੰਜਾਬ ਦਾ ਹਰ ਵਰਗ, ਹਿੰਦੂ, ਸਿੱਖ, ਮੁਸਲਮਾਨ, ਘੱਟ ਗਿਣਤੀਆਂ, ਸਾਰੇ ਮਹਿਸੂਸ ਕਰਦੇ ਨੇ ਕਿ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕੋਈ ਲੀਡਰ ਬਰਕਰਾਰ ਕਰਕੇ ਰੱਖ ਸਕਿਆ
ਤਾਂ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਰੱਖ ਸਕੇ ਨੇ। ਜੇ ਡਿਵੈਲਪਮੈਂਟ ਹੋਈ ਹੈ, ਵਿਕਾਸ ਹੋਇਆ, ਉਹ ਵੀ ਇਸ ਕਾਰਜਕਾਲ ਦੌਰਾਨ ਹੋਇਆ। ਔਰ ਅੱਜ ਜੋ ਝੂਠ ਔਰ ਡਰਾਮੇਬਾਜ਼ੀ ਨਾਲ ਪਰੋਸਿਆ ਜਾ ਰਿਹਾ, ਉਹ ਲੋਕ ਹੁਣ ਉਹ ਤੋਂ ਜਾਣੂ ਨੇ। ਸੋ ਦੁਬਾਰਾ ਲੋਕ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਮੁੜ ਰਹੇ ਨੇ, ਔਰ ਸਾਨੂੰ ਪੂਰਨ ਆਸ ਹੈ ਕਿ ਚੰਗੇ ਨਤੀਜੇ ਨੇ ਜਿਹੜੇ ਪਾਰਲੀਮੈਂਟ 'ਚ ਦੇਖਣ ਨੂੰ ਮਿਲਣਗੇ। ਝੁੰਦਾ ਸਾਹਿਬ ਮੰਨਦੇ ਹੋ ਤੁਸੀਂ ਕਿਹਾ ਕਿ ਲੋਕ ਦੁਬਾਰ ਤੋਂ ਮੁੜ ਰਹੇ ਨੇ ਅਕਾਲੀ ਦਲ ਵੱਲ ਨੂੰ, ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਹਾਂ ਅਸੀਂ, ਲੇਕਿਨ ਤੁਸੀਂ ਕਾਰਗੁਜ਼ਾਰੀ ਦੀ ਵੀ ਗੱਲ ਕੀਤੀ। ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਅਕਾਲੀ ਦਲ ਕੋਲ ਉਹ ਚੀਜ਼ਾਂ ਹੈਗੀਆਂ ਨੇ ਕਿ ਦੁਬਾਰ ਤੋਂ ਲੋਕਾਂ ਨੂੰ ਤੁਸੀਂ ਸਰਵ ਕਰ ਸਕੋ, ਲੋਕਾਂ ਦੇ ਲਈ ਖੜ ਸਕੋ? ਕਿਉਂਕਿ ਬਹੁਤ ਵਾਰ ਚੀਜ਼ਾਂ ਆਉਂਦੀਆਂ ਨੇ ਕਿ ਅਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਗੁੱਟ ਬਣ ਗਏ, ਬਹੁਤ ਸਾਰੀਆਂ ਚੀਜ਼ਾਂ ਅਕਾਲੀ ਦੇ ਵਿੱਚ ਆਪਣੇ ਅੰਦਰ ਚੱਲਦੀਆਂ ਰਹਿੰਦੀਆਂ ਨੇ। ਲੱਗਦੀ ਕਿ ਹੁਣ ਤੁਹਾਡੀ ਕਾਰਗੁਜ਼ਾਰੀ ਉਨੇ ਜੋਗੇ ਹੈਗੀ ਹੈ ਕਿ ਲੋਕਾਂ ਨੂੰ ਸਰਵ ਦੁਬਾਰਾ ਕਰ ਸਕੇ ਅਕਾਲੀ ਦਲ? ਦੇਖੋ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇਖੋ ਇੱਕ ਮੁੱਠ ਹੈ। ਇਹਦੇ ਤੁਸੀਂ ਕਾਂਗਰਸ ਦਾ ਹਾਲ ਦੇਖੋ, ਅੱਜ ਉਹਨਾਂ ਦੇ ਅਲਾਇੰਸ ਦੀ ਗੱਲ ਚੱਲਦੀ ਹੈ, ਉਹਨਾਂ ਦਾ ਪ੍ਰਧਾਨ ਕੁਛ ਬੋਲ ਰਿਹਾ, LOP ਲੀਡਰ ਕੁਛ ਬੋਲ ਰਿਹਾ, ਕੋਈ ਸਿੱਧੂ ਸਾਹਿਬ ਕੁਛ ਬੋਲ ਰਹੇ ਨੇ। ਬਿਲਕੁਲ ਹੀ ਇੱਕ ਸਾਰਤਾ ਨਹੀਂ ਹੈ ਉਹਨਾਂ ਦੀ ਕਿਸੇ ਵੀ ਗੱਲ 'ਚ। ਹਰ ਪ੍ਰੋਗਰਾਮ ਵਿੱਚ ਉਹਨਾਂ ਦਾ, ਜੇ ਦੇਖੀਏ ਕਿ ਪਾਰਟੀ ਦੀ ਨੀਤੀ ਦਾ ਕਹਿ ਲਓ, ਜਾਂ ਉਹਨਾਂ ਦੀ ਪਾਰਟੀ ਦਾ ਕਹਿ ਲਓ, ਜਾਂ ਉਹਨਾਂ ਦੇ ਆਪ ਦੀ ਪਰਸਨਲ ਕ੍ਰੈਡੀਬਿਲਿਟੀ ਦਾ ਲੈ ਲਓ, ਕਹਿ ਲਈਏ, ਜਲੂਸ ਹੀ ਨਿਕਲ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਪੂਰਨ ਰੂਪ ਵਿੱਚ ਪਾਰਟੀ ਪ੍ਰਧਾਨ ਸਾਹਿਬ ਦੀ ਅਗਵਾਈ 'ਚ ਇਕਮੁੱਠ ਹੈ, ਔਰ ਕਿਤੇ ਸਾਡੇ 'ਚ ਕੋਈ ਵਖਰੇਵੇਂ ਨਹੀਂ। ਔਰ ਪਾਰਟੀ ਪ੍ਰੋਗਰਾਮ, ਅਸੀਂ ਪੰਜਾਬ ਪੱਖੀ ਸਾਡੇ ਪ੍ਰੋਗਰਾਮ ਨੇ। ਸਾਡਾ ਪੱਕਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ, ਪੰਜਾਬ ਔਰ ਸਿੱਖ ਕੌਮ ਦੇ ਹੱਕਾਂ ਲਈ ਲੜਾਈ ਲੜਨੀ ਹੈ। ਔਰ ਜਿੱਥੇ ਵੀ ਕਿਤੇ ਸਾਨੂੰ ਧਿਆਨ 'ਚ ਆਉਂਦੀ ਦਿਖੂਗੀ, ਉਹ 'ਤੇ ਅਸੀਂ ਪਹਿਰਾ ਦੇਵਾਂਗੇ। ਔਰ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਅੱਜ ਪੰਜਾਬ ਦੀ ਹੋਰ ਕੋਈ ਵੀ ਪਾਰਟੀ, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ, ਪੰਜਾਬ ਦੀ ਔਰ ਸਿੱਖ ਕੌਮ ਦੇ ਹੱਕਾਂ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਜਿਸ ਕਰਕੇ ਅੱਜ ਪੰਜਾਬ ਦੇ ਲੋਕ ਦੁਬਾਰਾ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਹੀ ਜਿਹੜਾ ਹੈ ਪੰਜਾਬ ਹੈ, ਜਿਹੜਾ ਉਹ ਮਹਿਫੂਜ਼ ਰਹਿ ਸਕਦਾ। ਚਾਹੇ ਉਹ ਸਾਡੇ BBMB 'ਚੋਂ ਸਾਡਾ ਮੈਂਬਰ ਖਤਮ ਕੀਤਾ ਗਿਆ, ਇਸ ਕਾਰਜਕਾਲ ਦੌਰਾਨ ਹੋਇਆ, ਉਹ ਸਾਡੇ ਫਲੱਡਾਂ ਦਾ ਵੀ ਅਸੀਂ ਤਾਂ ਕਹਿੰਦੇ ਹਾਂ ਵੀ ਉਹ ਕਾਰਨ ਬਣਿਆ। ਸੋ ਇਸ ਕਰਕੇ ਪੰਜਾਬ ਦੇ ਹੱਕਾਂ ਦੀ ਕਿਤੇ ਰਹਿਨੁਮਾਈ ਇਸ ਸਰਕਾਰ ਦੌਰਾਨ ਨਹੀਂ ਕੀਤੀ ਜਾ ਸਕੀ। ਨੌਕਰੀਆਂ ਵੀ ਚਲੋ ਦੇਸ਼ ਹੈ ਸਾਡਾ ਸਾਰਿਆਂ ਦਾ, ਪਰ ਪੰਜਾਬ 'ਚ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ। ਔਰ ਰਾਜਸਥਾਨ ਦੇ ਬੰਦਿਆਂ ਨੂੰ ਨੌਕਰੀਆਂ ਮਿਲੀਆਂ, ਹਰਿਆਣੇ ਦੇ ਨੂੰ ਮਿਲੀਆਂ, ਕਿਉਂ ਪੰਜਾਬ 'ਚ ਯੋਗਤਾ ਨਹੀਂ ਹੈ? ਸੋ ਇਸ ਤਰ੍ਹਾਂ ਦਾ ਇਹ ਸਾਰਾ ਕੁਛ ਹੈ। ਜਿਹੜੀ ਆਪ ਸਰਕਾਰ ਆ, ਇਹਨਾਂ ਨੇ ਰਾਜ ਸਭਾ ਮੈਂਬਰ ਬਣਾਏ, ਉਹ ਸਾਰੇ ਲਿਆ ਕੇ ਬਾਹਰੋਂ ਬਣਾਤੇ, ਕਿਸੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਆਊਟ ਆਫ ਸਟੇਟ ਦੇ ਮੈਂਬਰ ਨੇ ਸਾਰੇ 7 ਚੋਂ 5 ਤਾਂ ਕਲੀਅਰਲੀ ਬਾਹਰਲੀਆਂ ਸਟੇਟਾਂ ਦੇ ਨੇ। ਸੋ ਇਹ ਸਾਰੇ ਲੋਕਾਂ ਦੇ ਵਿੱਚ, ਔਰ ਅਫਸਰ ਨੇ ਸਾਰੇ ਦਿੱਲੀੋਂ ਲੱਗ ਰਹੇ ਨੇ। ਸੋ ਦਿੱਲੀ ਗੌਰਮੈਂਟ ਨਾਲ MOU ਸਾਈਨ ਕੀਤੇ ਜਾ ਰਹੇ ਨੇ। ਸੋ ਕੀ ਹੋ ਰਿਹਾ, ਮਤਲਬ ਉਹ ਸਾਰਾ ਵਰਤਾਰਾ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਸ ਭਾਵਨਾ ਨਾਲ ਭਗਵੰਤ ਮਾਨ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ, ਉਹ ਮਕਸਦ ਲੋਕਾਂ ਨੂੰ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਲੋਕ ਇਹ ਸਮਝਦੇ ਨੇ ਕਿ ਇਹ ਬਿਲਕੁਲ ਕਠਪੁਤਲੀ ਸਰਕਾਰ ਹੈ, ਔਰ ਦਿੱਲੀ ਦੇ ਇਸ਼ਾਰੇ 'ਤੇ ਉਹ ਚੱਲ ਰਹੀ ਹੈ, ਔਰ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕਰ ਰਹੀ ਹੈ। ਲੋਕ ਨਿਰਾਸ਼ ਨੇ। ਸਰ, 2022 ਦੇ ਵਿੱਚ ਜਿਸ ਵਕਤ ਇਲੈਕਸ਼ਨਸ ਹੋਈਆਂ ਸੀ ਨਾ, ਤੁਸੀਂ ਹੀ ਇੱਕ ਕਮੇਟੀ ਨੂੰ ਹੈੱਡ ਕਰ ਰਹੇ ਸੀਗੇ, ਜਿਸ ਵਕਤ ਇਹ ਦੇਖਣਾ ਸੀ ਕਿ ਲੋਕਾਂ ਦੇ ਵਿੱਚ ਕੀ ਨਾਰਾਜ਼ਗੀ ਰਹੀ, ਕਿਉਂ ਲੋਕਾਂ ਨੇ ਐਤਕੀ ਵੋਟ ਅਕਾਲੀ ਦਲ ਨੂੰ ਨਹੀਂ ਪਾਈ। ਉਸ ਵੇਲੇ ਤੁਸੀਂ ਸਾਰੇ ਲੋਕਾਂ ਨਾਲ ਮਿਲੇ ਵੀ, ਬਹੁਤ ਸਾਰੀ ਮੀਟਿੰਗਾਂ ਕੀਤੀਆਂ, ਤੁਹਾਡੇ ਕੋਲ ਪ੍ਰੋਪਰ ਇੱਕ ਲਿਸਟ ਬਣਾਈ ਤੁਸੀਂ ਕਿ ਕੀ ਲੋਕਾਂ ਦੀਆਂ ਦਿੱਕਤਾਂ ਰਹੀਆਂ। ਕੀ ਉਹਨਾਂ ਦੇ ਉੱਤੇ ਕੰਮ ਕੀਤਾ ਗਿਆ ਹੁਣ ਅਕਾਲੀ ਦਲ ਦੇ ਵੱਲੋਂ, ਜਿਹੜੇ ਲੋਕਾਂ ਨੇ ਤੁਹਾਡੇ ਤੋਂ ਸਵਾਲ ਚੱਕੇ ਸੀ, ਜਾਂ ਲੋਕਾਂ ਨੇ ਜਿਹੜੀਆਂ ਆਪਣੀਆਂ ਦਿੱਕਤਾਂ ਗਿਣਾਈਆਂ ਸੀ? ਦੇਖੋ, ਕਾਫੀ ਹੱਦ ਤੱਕ ਉਹਨਾਂ ਚੀਜ਼ਾਂ 'ਤੇ ਅਮਲ ਵੀ ਹੋਇਆ। ਅਸੀਂ ਜੋ ਵੀ ਸਾਰੇ ਹਲਕਿਆਂ 'ਚ ਜਾ ਕੇ ਅਸੀਂ ਫੀਡਬੈਕ ਵਰਕਰਾਂ ਤੋਂ ਲਈ, ਉਹ ਸਾਰੀ ਰਿਪੋਰਟ ਵਿੱਚ ਦਰਜ ਕਰਕੇ ਕੋਰ ਕਮੇਟੀ 'ਚ, ਔਰ ਉਹਨੂੰ ਅਸੀਂ ਨਸ਼ਰ ਕੀਤਾ। ਉਹ ਸਾਰਾ ਉੱਤੇ ਡਿਸਕਸ਼ਨ ਹੋਈ 5 ਘੰਟੇ, ਔਰ ਡਿਟੇਲ 'ਚ ਉਹਦੇ ਡਿਸਕਸ਼ਨ ਕਰਕੇ ਪਾਰਟੀ ਨੇ ਫੈਸਲੇ ਲਏ ਨੇ। ਔਰ ਇਸ ਤਰ੍ਹਾਂ ਦੇ ਫੈਸਲੇ ਲਏ ਨੇ, ਜਿਸ ਤਰ੍ਹਾਂ ਦੇ ਜਿਹੜੇ ਕਈ ਪ੍ਰੋਗਰਾਮ ਪ੍ਰਧਾਨ ਸਾਹਿਬ ਨੇ ਅਨਾਊਂਸ ਕੀਤੇ ਨੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਇੱਕ ਪਰਿਵਾਰ ਇੱਕ ਹੀ ਟਿਕਟ ਲੜੂਗਾ, ਜਿਹੜੇ ਪਾਰਟੀਆਂ ਦੇ ਅਹੁਦੇਦਾਰ ਹੋਣਗੇ, ਜ਼ਿਲ੍ਹਾ ਪ੍ਰਧਾਨ ਨੇ ਜਾਂ ਹੋਰ ਨੇ, ਉਹ MLA ਦੇ ਦਾਅਵੇਦਾਰ ਨਹੀਂ ਹੋਣਗੇ। ਸੋ ਇਸ ਕਿਸਮ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਲਾਗੂ ਕੀਤਾ ਗਿਆ। ਔਰ ਹੋਰ ਵੀ ਚੀਜ਼ਾਂ ਹੌਲੀ ਹੌਲੀ ਪਾਰਟੀ ਹੈ ਜਿਹੜੀ ਲਾਗੂ, ਕਈ ਧਾਰਮਿਕ ਸੁਧਾਰ ਸੀ, ਉਹ SGPC ਰਾਹੀਂ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਵੀ ਤੁਸੀਂ ਉਹਨਾਂ 'ਤੇ ਅਮਲ ਕਰੋ, ਤਾਂ ਕਿ ਜਿਹੜੀਆਂ ਉੱਥੇ ਦਿੱਕਤਾਂ ਆ ਰਹੀਆਂ ਨੇ, ਉਹ ਲੋਕਾਂ ਦੇ ਰੋਸ ਨੇ ਉਹ ਵੀ ਦੂਰ ਹੋਣ। ਸੋ ਸ਼੍ਰੋਮਣੀ ਅਕਾਲੀ ਦਲ ਉਹਨਾਂ ਚੀਜ਼ਾਂ ਵੱਲ, ਉਹ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ, ਔਰ ਕਰਦਾ ਰਹੇਗਾ, ਔਰ ਕਰੇਗਾ, ਔਰ ਉਹਨੂੰ ਸਹੀ ਮਾਇਨੇ ਵਿੱਚ ਇੰਪਲੀਮੈਂਟ ਕਰੇਗਾ। ਵਰਕਰਾਂ ਦੀ ਭਾਵਨਾਵਾਂ ਦੀ ਕਦਰ ਹੈ ਕਿ ਹੁਣ ਅਕਾਲੀ ਦਲ ਤੇ ਭਾਜਪਾ ਗੱਠਜੋੜ ਕਰੇਗਾ? ਕਿਉਂਕਿ ਅੱਜ ਮਾਲਵਿੰਦਰ ਕੰਗ ਵੱਲੋਂ ਵੀ ਇਹ ਸਵਾਲ ਚੱਕਿਆ ਗਿਆ, ਉਹਨਾਂ ਨੇ ਤਾਂ ਸਿੱਧੇ ਤੌਰ ਤੇ ਕਹਿ ਦਿੱਤਾ, ਕਹਿੰਦੇ ਅੰਦਰ ਗੱਠਜੋੜ ਚੱਲ ਰਿਹਾ ਆ, ਔਰ BJP ਨਾਲ ਇਹ ਗੱਲ ਚੱਲ ਰਹੀ ਹੈ ਕਿ ਅਗਰ ਸੁਖਬੀਰ ਬਾਦਲ ਔਰ ਨਾਲ ਬਿਕਰਮ ਸਿੰਘ ਮਜੀਠੀਆ ਅਗਰ ਨਹੀਂ ਲੜਦੇ ਤੇ ਫਿਰ ਆਪਾਂ ਅਲਾਇੰਸ ਕਰਨ ਨੂੰ ਤਿਆਰ ਹਾਂ। ਇਹ ਤਾਂ ਦੇਖੋ ਉਹਨਾਂ ਦਾ ਓਪੋਜੀਸ਼ਨ ਵਾਲੀ ਗੱਲ ਹੈ, ਉਹ ਕੁਛ ਕਹਿਣ, ਅਸੀਂ ਉਹਨਾਂ ਦੀ ਗੱਲ ਦਾ ਤਾਂ ਕੀ ਜਵਾਬ ਦੇਣਾ। ਪਰ
ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਬਹੁਤ ਲੰਮਾ ਸਮਾਂ ਗੱਠਜੋੜ ਰਿਹਾ ਹੈ ਔਰ ਉਹ ਵਧੀਆ ਸੁਚਾਰੂ ਢੰਗ ਨਾਲ ਚੱਲਦਾ ਵੀ ਰਿਹਾ, ਪਰ ਕੁਝ ਮੁੱਦਿਆਂ ਤੇ ਟੁੱਟਿਆ ਗੱਠਜੋੜ। ਕਿਸਾਨੀ ਮੁੱਦਿਆਂ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਔਰ ਪਾਰਟੀ ਵੀ ਸਾਰੀ ਚਾਹੁੰਦੀ ਸੀ ਕਿ ਕਿਸਾਨ ਹਿੱਤਾਂ ਦੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਹਿਰੇਦਾਰ ਰਿਹਾ ਔਰ ਜੇ ਉਹਦੇ ਤੇ ਨਹੀਂ ਪੂਰੀ ਉਤਰ ਰਹੀ ਬੀਜੇਪੀ ਤਾਂ ਸਾਨੂੰ ਵਾਪਸ ਹੋਣਾ ਚਾਹੀਦਾ, ਤਾਂ ਅਸੀਂ ਉਹ ਅਸਤੀਫਾ ਵੀ ਦਿੱਤਾ, ਅਸੀਂ ਗੱਠਜੋੜ ਵੀ ਤੋੜਿਆ। ਸੋ ਉਹਦਾ ਗੱਲ ਇਹ ਹੈ ਗੱਠਜੋੜ ਕਰਨ 'ਚ ਨਾ ਪਾਰਟੀ, ਮੇਰਾ ਖਿਆਲ ਹੈ ਜੋ ਆਪਾਂ ਮੈਂ ਆਪਦੀ ਨਿੱਜੀ ਵੀ ਲੈ ਲਵਾਂ, ਹਾਲੇ ਪਾਰਟੀ ਲੈਵਲ ਤੇ ਇਸ ਗੱਲ ਤੇ ਕੀ ਡਿਸਕਸ਼ਨ ਹੋਈ ਹੈ, ਸਾਡੇ ਲੈਵਲ ਤੇ ਕੋਈ ਗੱਲ ਨਹੀਂ ਹੋਈ, ਪਰੰਤੂ ਉਹ ਤਾਂ ਜੇ ਕਹਿ ਰਹੇ ਨੇ ਉਹ ਤਾਂ ਆਪਦੇ ਲੈਵਲ ਤੇ ਕੋਈ ਗੱਲ ਕਹਿ ਰਹੇ ਨੇ ਜਾਂ ਚਲੋ ਰਾਜਨੀਤੀ ਕਰ ਰਹੇ ਨੇ। ਪਰ ਅਸੀਂ ਇਹ ਜ਼ਰੂਰ ਕਹਾਂਗੇ ਵੀ ਜੇ ਗੱਠਜੋੜ ਕਿਸੇ ਸਟੇਜ ਤੇ ਹੁੰਦਾ ਵੀ ਹੈ ਤਾਂ ਉਹ ਮੁੱਦਿਆਂ ਤੇ, ਪੰਜਾਬ ਦੀਆਂ ਮੰਗਾਂ ਤੇ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰਕੇ ਸਿਰਦ੍ਰਿੜ ਤਰੀਕੇ ਨਾਲ ਹੋਣਾ ਚਾਹੀਦਾ, ਤਾਂ ਕਿ ਪੰਜਾਬ ਦੇ ਲੋਕਾਂ 'ਚ ਇਹ ਮੈਸੇਜ ਜ਼ਰੂਰ ਜਾਵੇ ਕਿ ਪੰਜਾਬ ਦੇ ਔਰ ਸਿੱਖ ਕੌਮ ਦੇ ਲਟਕੀਦੇ ਮਸਲੇ ਜਿਹੜੇ ਬੀਜੇਪੀ ਦੇ ਕਾਰਨ ਉਲਝੇ ਨੇ ਜਾਂ ਪੰਜਾਬ ਦੀਆਂ ਹੱਕੀ ਮੰਗਾਂ ਨੇ, ਚਾਹੇ ਉਹ ਪਾਣੀ ਨੇ, ਚਾਹੇ ਸਾਡੇ ਪੰਜਾਬੀ ਬੋਲਦੇ ਇਲਾਕੇ ਨੇ, ਸਾਡੀ ਰਾਜਧਾਨੀ ਹੈ, ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਹੈ, ਉਹਨਾਂ ਨਵੀਂ ਬਣਾਈ ਹੈ, ਜਾਂ ਹੋਰ NSA ਲਾਇਆ ਨੌਜਵਾਨਾਂ ਤੇ, ਸਾਰੇ ਮਸਲੇ ਐਡਰੈਸ ਹੋਣਗੇ ਤਾਂ ਫਿਰ ਉਹਦੇ ਤੇ ਮੈਂ ਸਮਝਦਾ ਉਹ ਚਰਚਾ ਜਿਹੜੀ ਹੋਣੀ ਚਾਹੀਦੀ ਹੈ। ਸੋ ਬਿਨਾਂ ਕਿਸੇ ਪੰਜਾਬ ਨੂੰ ਪ੍ਰਾਪਤੀ ਤੋਂ ਬਿਨਾਂ ਉਹ ਗੱਲ ਹੈ ਜਿਹੜੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਨਾ ਜਚੇ। ਇੱਕ ਪਾਸੇ ਤੁਹਾਡੇ ਅੰਦਰ ਦੇ ਲੋਕ ਜਿਹੜੇ ਨੇ, ਭਾਵੇਂ ਉਹ ਕਹਿ ਲਓ ਜਿਹੜੇ ਅੰਦਰ ਇਸ ਵਕਤ ਪਾਰਟੀ 'ਚ ਮੌਜੂਦ ਨੇ, ਜਾਂ ਉਹ ਕਹਿ ਲਓ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ ਨੇ ਇਸ ਵਕਤ, ਉਹਨਾਂ ਦੇ ਵੱਲੋਂ ਬਾਰ-ਬਾਰ ਇੱਕ ਗੱਲ ਕਹੀ ਜਾਂਦੀ ਸੀ, ਕਹਿੰਦੇ ਕਿ ਤੁਸੀਂ ਅਗਰ ਪ੍ਰਧਾਨਗੀ ਜਿਹੜੀ ਹੈ ਉਹ ਬਦਲ ਦਿੱਤੀ ਜਾਵੇ ਤਾਂ ਅਸੀਂ ਪਾਰਟੀ 'ਚ ਵਾਪਸ ਆ ਜਾਵਾਂਗੇ। ਉਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਕਿ ਜੇਕਰ ਪ੍ਰਧਾਨਗੀ ਦੀ ਅਸੀਂ ਗੱਲ ਕਰੀਏ, ਕਿੰਨਾ ਕੁ ਬਦਲਾਵ ਪ੍ਰਧਾਨਗੀ ਦੇ ਵਿੱਚ 2022 ਤੋਂ ਲੈ ਕੇ ਹਾਲੇ ਤੱਕ ਆਇਆ, ਜਾਂ ਪ੍ਰਧਾਨ ਦੇ ਜਿਹੜੀ ਚੀਜ਼ਾਂ ਸੀਗੀਆਂ ਜਿਨ੍ਹਾਂ ਤੋਂ ਲੋਕ ਖਫਾ ਸੀ ਉਹਦੇ 'ਚ ਬਦਲਾਵ ਆਇਆ? ਨਹੀਂ, ਜਿਹੜੇ ਲੋਕ ਜੀ ਪਾਰਟੀ ਛੱਡ ਕੇ ਜਾ ਚੁੱਕੇ ਨੇ ਉਹਨਾਂ ਦਾ ਕੀ ਹੱਕ ਹੈ ਕਿ ਉਹ ਕਹਿਣ ਵੀ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਬਦਲੇ ਜਾਂ ਨਾ ਬਦਲੇ। ਇਸ ਸਾਡੀ ਪਾਰਟੀ ਦਾ ਡਿਸੀਜ਼ਨ ਹੈ, ਅਸੀਂ ਕਿਹਨਾਂ ਦੀ ਅਗਵਾਈ 'ਚ ਕੰਮ ਕਰਨਾ। ਸ਼੍ਰੋਮਣੀ ਅਕਾਲੀ ਦਲ ਬੜਾ ਵਧੀਆ ਔਰ ਸੱਚੇ ਢੰਗ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚੱਲ ਰਿਹਾ, ਔਰ ਜਿਹੜੇ ਛੱਡ ਕੇ ਗਏ ਸੀ ਉਹਨਾਂ ਦੇ ਨਿੱਜੀ ਇੰਟਰਸਟ ਸੀ, ਉਹਨਾਂ ਨੂੰ ਕਿਸੇ ਨੂੰ ਬੀਜੇਪੀ ਵੱਲੋਂ ਜ਼ਿਆਦਾ ਹੁੰਗਾਰਾ ਦਿੱਤਾ ਗਿਆ ਸੀ, ਉਹਨਾਂ ਨੂੰ ਇਸ ਮਕਸਦ ਲਈ ਫਿੱਟ ਕੀਤਾ ਗਿਆ ਸੀ ਤੁਸੀਂ ਆਹ ਕੰਮ ਕਰੋ, ਅਕਾਲੀ ਦਲ 'ਚ ਦਫਾੜ ਪਾਉਣ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ। ਸੋ ਉਹ ਸਾਰਾ ਇੱਕ ਪਲਾਨਡ ਪ੍ਰੋਗਰਾਮ ਸੀ ਕੇਂਦਰ ਵੱਲੋਂ ਔਰ ਕੁਛ ਏਜੰਸੀਆਂ ਵੱਲੋਂ, ਔਰ ਉਹਦਾ ਹਿੱਸਾ ਸੀਗੇ ਉਹ ਲੋਕ, ਔਰ ਸਿਰਫ ਉਹ ਉਸ ਲੀਡਰਸ਼ਿਪ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ ਵੀ ਜੇ ਉਹ ਕਮਜ਼ੋਰ ਹੋ ਜਾਂਦੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਸੈਂਟਰਲ ਗੌਰਮੈਂਟ ਦਾ ਜਾਂ ਕਿਸੇ ਬੀਜੇਪੀ ਦਾ ਵਿੰਗ ਬਣਾਉਣਾ ਚਾਹੁੰਦੇ ਸੀ। ਅਸੀਂ ਬੀਜੇਪੀ ਦਾ ਵਿੰਗ ਨਹੀਂ ਬਣਨਾ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਔਰ ਸਿੱਖ ਕੌਮ ਦੀ ਰਹਿਨੁਮਾਈ ਕਰਨੀ ਆ, ਔਰ ਉਹ ਹੱਕ ਨੇ ਜਿਹੜੇ ਪੰਜਾਬ ਦੇ ਕੇਂਦਰ ਸਰਕਾਰ ਨਾਲ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ, ਚਾਹੇ ਅਸੀਂ ਰੂਲਿੰਗ 'ਚ ਰਹੇ ਉਦੋਂ ਵੀ, ਔਰ ਜੇ ਅਸੀਂ ਨਹੀਂ ਵੀ ਰਹੇ ਤਾਂ ਵੀ ਅਸੀਂ ਆਪਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਵਿਚਰਦੇ ਰਹੇ ਹਾਂ। ਸੋ ਉਹਨਾਂ ਲੋਕਾਂ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਮਨਜ਼ੂਰ ਨੇ ਤਾਂ ਪਾਰਟੀ, ਕਿਸੇ ਨੂੰ ਇਹ ਨਹੀਂ ਹੈ ਵੀ ਤੁਸੀਂ ਜਿਹੜੇ ਗਏ ਹੋ ਵਾਪਸੀ ਤੋਂ ਕੋਈ ਇਤਰਾਜ਼ ਹੈ, ਪਰ ਜੇ ਕੋਈ ਆਪਦੀਆਂ ਸ਼ਰਤਾਂ 'ਤੇ ਕਹੇ ਜਾਂ ਕੋਈ ਪਾਰਟੀ 'ਚ ਆ ਕੇ ਪਾਰਟੀ ਨੂੰ ਖਰਾਬ ਕਰਨ ਲਈ ਜਾਂ ਲੀਡਰਸ਼ਿਪ ਨੂੰ ਖਰਾਬ ਕਰਨ ਦੀ ਕੋਈ ਗੱਲ ਕਰਦਾ, ਸ਼ਾਇਦ ਉਹ ਪਾਰਟੀ ਨੂੰ ਮਨਜ਼ੂਰ ਨਹੀਂ ਹੋ, ਔਰ ਮੈਂ ਸਮਝਦਾ ਮਨਜ਼ੂਰ ਕਰਨੀ ਵੀ ਨਹੀਂ ਚਾਹੀਦੀ। ਇੱਕ ਸਵਾਲ ਨਾ ਝੁੰਦਾ ਸਾਹਿਬ, ਤੁਸੀਂ ਬਹੁਤ ਸੀਨੀਅਰ ਹੋ, ਤੁਸੀਂ ਜਿੰਨੀ ਚੀਜ਼ਾਂ ਦੇਖੀਆਂ ਸਿਆਸਤ ਦੇ ਵਿੱਚ, ਬਹੁਤ ਲੰਮਾ ਦੌਰ ਤੁਸੀਂ ਉਹਦੇ ਵਿੱਚ ਕੱਟਿਆ, ਲੇਕਿਨ ਜਿਸ ਵਕਤ ਅਸੀਂ ਇੱਦਾਂ ਦੀਆਂ ਚੀਜ਼ਾਂ, ਪ੍ਰਧਾਨਗੀ ਦੇ ਅਹੁਦੇ ਦੀ ਗੱਲ ਕਰਦੇ ਹਾਂ, ਅਤੇ ਫਿਰ ਬਹੁਤ ਸਾਰੇ ਲੋਕ, ਬਹੁਤ ਸਾਰੇ ਵਿਚਾਰ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਲੇਕਿਨ ਇੱਕ ਸੁਖਬੀਰ ਸਿੰਘ ਬਾਦਲ ਦੀ ਜਿਸ ਵਕਤ ਗੱਲ ਆਉਂਦੀ ਹੈ, ਜਿਸ ਵਕਤ ਵੱਡੇ ਬਾਦਲ ਸਾਹਿਬ ਦੀ ਜਿਹੜਾ ਦੇਹਾਂਤ ਹੋਇਆ, ਉਸ ਤੋਂ ਬਾਅਦ ਬਾਦਲ ਸਾਹਿਬ ਆ ਕੇ ਖੁਦ ਸੁਖਬੀਰ ਬਾਦਲ ਆ ਕੇ ਕਹਿੰਦੇ ਨੇ ਕਿ ਬਈ ਮੈਂ ਹੱਥ ਜੋੜਦਾ, ਜਿਹੜੇ ਸਾਨੂੰ ਛੱਡ ਕੇ ਗਏ ਨੇ, ਨਾਰਾਜ਼ ਨੇ ਸਾਡੇ ਤੋਂ, ਵਾਪਸ ਆ ਜਾਣ, ਮੈਂ ਹੱਥ ਜੋੜਦਾ ਹਾਂ, ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾ ਰਿਹਾ ਵਿੱਚ। ਹੈ ਕੋਈ ਤਬਦੀਲੀ ਜਿਸ ਵਕਤ ਵੱਡੇ ਬਾਦਲ ਸਾਹਿਬ ਦਾ ਦੇਹਾਂਤ ਹੁੰਦਾ, ਉਸ ਤੋਂ ਬਾਅਦ ਕੋਈ ਬਦਲਾਵ ਸੁਖਬੀਰ ਬਾਦਲ ਦੇ ਆਪਣੀ ਪਾਰਟੀ ਨੂੰ ਚਲਾਉਣ ਦੇ ਢੰਗ ਤਰੀਕਿਆਂ 'ਚ ਕੋਈ ਬਦਲਾਵ ਤੁਹਾਨੂੰ ਨਜ਼ਰ ਆਇਆ? ਨਹੀਂ, ਬਿਲਕੁਲ ਇਹ ਗੱਲ, ਚਲੋ ਪਹਿਲਾਂ ਵੀ ਕੋਈ ਉਹਨਾਂ ਦਾ ਵਰਤਾਓ ਕੋਈ ਮਾੜਾ ਨਹੀਂ ਸੀ, ਪਰ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਬਹੁਤ ਤਬਦੀਲੀ ਹੋਣਾ ਚਾਹੀਏ, ਔਰ ਉਹ ਜਿੱਥੇ ਉਸ ਆਪਦੇ ਆਪ ਨੂੰ ਉਸ ਪੋਜੀਸ਼ਨ ਵਿੱਚ, ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਤਾਂ ਸ਼ਾਇਦ ਕੋਈ ਨਾ ਬਣ ਸਕੇ, ਪਰ ਉਹ ਉਸ ਲੀਗੇਸੀ ਨੂੰ ਕਾਇਮ ਕਰਨ ਲਈ ਹੁਣ ਬੜੀ ਸੰਜੀਦਗੀ ਨਾਲ ਲੱਗੇ ਹੋਏ ਨੇ, ਔਰ ਵਰਕਰਾਂ ਦੀ ਸੁਣਵਾਈ ਵੀ ਔਰ ਨਿਰਪੱਖਤਾ ਨਾਲ ਚੰਗੇ ਵਰਕਰਾਂ ਨੂੰ ਪ੍ਰਮੋਟ ਕਰਨ ਲਈ, ਕੰਮ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਨਜ਼ਰੀਏ ਨਾਲ ਉਹ ਕੰਮ ਕਰ ਰਹੇ ਨੇ। ਔਰ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੀਆਂ ਨੋਮੀਨੇਸ਼ਨਸ ਨੇ ਜਾਂ ਕਿਸੇ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ, ਉਹ ਉਹਨਾਂ ਦੀ ਕਾਰਗੁਜ਼ਾਰੀ ਔਰ ਲੋਕਾਂ 'ਚ ਉਹਨਾਂ ਦੀ ਲੋਕਪ੍ਰਿਯਤਾ ਔਰ ਉਹਨਾਂ ਦਾ ਜਿਹੜਾ ਪਾਰਟੀ ਪ੍ਰਤੀ ਕੀ ਉਹਨਾਂ ਦੀ ਸੇਵਾ ਰਹੀ ਹੈ ਔਰ ਉਹਨਾਂ ਦਾ ਕਰੈਕਟਰ, ਕਿਰਦਾਰ ਕੀ ਹੈ, ਉਹ ਸਾਰੀਆਂ ਚੀਜ਼ਾਂ ਦੇਖ ਕੇ ਦਿੱਤੀਆਂ ਜਾ ਰਹੀਆਂ। ਔਰ ਸਾਨੂੰ ਖੁਸ਼ੀ ਹੈ ਕਿ ਜਿਸ ਤਰ੍ਹਾਂ
ਇੱਕ ਆਮ ਪਰਿਵਾਰ 'ਚੋਂ ਜਿਸ ਤਰ੍ਹਾਂ ਉਹਨਾਂ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਸਰਬਜੀਤ ਸਿੰਘ ਝਿੰਜਰ, ਔਰ ਉਹਨਾਂ ਦੀ ਐਕਸੈਪਟੇਬਿਲਟੀ ਇੰਨੀ ਬਣੀ ਹੈ ਕਿ ਜਿੰਨਾ ਵੀ ਉਹਨਾਂ ਨੇ ਪ੍ਰੋਗਰਾਮ ਮਿਹਨਤ ਕੀਤੀ ਹੈ ਔਰ ਹਰ ਪੱਖ ਤੋਂ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ। ਸੋ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲਣਗੀਆਂ ਕਿ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਆ ਜਿਹੜੀ ਉਹ ਕਰਿਆ ਕਰੂਗੀ, ਔਰ ਸੁਖਬੀਰ ਸਿੰਘ ਬਾਦਲ ਇਹਦੇ 'ਚ ਕਾਮਯਾਬ ਹੋ ਰਹੇ ਨੇ। ਉਹ ਹੁਣ ਅਸੀਂ ਦੇਖਿਆ ਕਿ ਉਹ ਨਿਰੋਲ ਰੂਪ ਵਿੱਚ ਫੀਡਬੈਕ ਲੈ ਕੇ ਥੱਲਿਓਂ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਫੈਸਲੇ ਨੇ ਜਿਹੜੇ ਉਹ ਲੈ ਰਹੇ ਨੇ। ਚੰਗੀ ਅੱਗੇ ਨਾਲੋਂ ਹੋਰ ਵੀ ਬਾਲ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਨੂੰ ਬੜੀ ਜ਼ਿੰਮੇਵਾਰੀ ਨਾਲ ਅਡਾਪਟ ਕੀਤਾ। ਕੀ ਦੱਸ ਸਕਦੇ ਫਿਰ ਜਿਹੜੇ ਵਰਕਰ ਨਾਰਾਜ਼ ਸੀਗੇ, ਜਿਹੜੇ ਕਹਿੰਦੇ ਸੀਗੇ ਕਿ ਸਾਨੂੰ ਪੁੱਛਿਆ ਨਹੀਂ ਜਾਂਦਾ ਪਾਰਟੀ ਦੇ ਵਿੱਚ, 2022 ਦੇ ਵਿੱਚ ਅਸੀਂ ਤਾਂ ਹੀ ਵੋਟਾਂ ਨਹੀਂ ਪਾਈਆਂ, ਉਹ ਵਰਕਰ ਦੁਬਾਰਾ ਤੋਂ ਜੁੜ ਰਿਹਾ ਇਸ ਪ੍ਰਤਾਵੇ ਦੇ ਨਾਲ? ਜਿਹੜਾ ਤਾਂ ਵਰਕਰ ਹੈ ਜੀ ਉਹ ਕਿਸੇ ਕੂੜ ਪ੍ਰਚਾਰ ਰਾਹੀਂ ਦੂਰ ਚਲਿਆ ਗਿਆ, ਜਾਂ ਕਈ ਵਾਰੀ ਚਲੋ ਕਿਸੇ ਲੋਕਲ ਮਾੜੇ ਮੋਟੇ ਗਿਲੇ ਸ਼ਿਕਵੇ ਵੀ ਹੋ ਜਾਂਦੇ ਆ, ਉਹ ਤਾਂ ਸਾਰੇ ਜੀ ਆਏ ਆ, ਸਾਰਿਆਂ ਕੋਲੇ ਅਸੀਂ ਵੀ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ। ਪਾਰਟੀ ਵੀ ਮੋੜ ਰਹੀ ਹੈ, ਬਾਲ ਸਾਹਿਬ ਵੀ ਉਹਨਾਂ ਨੂੰ ਸਾਰਿਆਂ ਨੂੰ ਲਿਆਉਣ ਲਈ ਤਿਆਰ ਨੇ, ਕਿਉਂਕਿ ਵਰਕਰ ਕਦੇ ਵੀ ਪਾਰਟੀ ਦਾ ਦੁੱਖ ਹੀ ਨਹੀਂ ਹੁੰਦਾ। ਵਰਕਰ ਕਿਸੇ ਗਿਲੇ ਸ਼ਿਕਵੇ ਨਾਲ ਚਲਿਆ ਗਿਆ, ਉਹਦੇ ਤਾਂ ਘਰੇ ਜਾ ਕੇ ਹੀ ਮਨਾਉਣਾ ਚਾਹੀਦਾ, ਪਰੰਤੂ ਜਿਹੜੇ ਲੀਡਰ ਨੇ ਉਹਨਾਂ ਦੀਆਂ ਸਮੱਸਿਆਵਾਂ ਹੋਰ ਹੁੰਦੀਆਂ ਨੇ, ਉਹਨਾਂ ਦੇ ਮਕਸਦ ਹੋਰ ਹੁੰਦੇ ਨੇ। ਕਈ ਵਾਰੀ ਲੀਡਰਾਂ ਦੀਆਂ ਇਛਾਵਾਂ ਜਾਂ ਮਕਸਦ ਹੋਰ ਹੁੰਦੇ ਨੇ, ਲੀਡਰਾਂ ਨਾਲ ਦੀ ਗੱਲ ਨਹੀਂ ਹੈ। ਵਰਕਰ ਕੋਈ ਵੀ ਰੁੱਸ ਕੇ ਗਿਆ, ਹਰ ਵਰਕਰ ਨੂੰ ਬਾਦਲ ਸਾਹਿਬ ਜੀ ਐਂ ਕਹਿ ਰਹੇ ਨੇ, ਔਰ ਲੀਡਰ ਵੀ ਜੇ ਪਾਰਟੀ ਨੂੰ ਸਮਰਪਿਤ ਹੋ ਕੇ ਪਾਰਟੀ ਏਜੰਡੇ ਨੂੰ ਮੰਨ ਕੇ ਲੀਡਰਸ਼ਿਪ ਨੂੰ ਮੰਨ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਕਿਸੇ 'ਤੇ ਕੋਈ ਇਤਰਾਜ਼ ਨਹੀਂ ਹੈ, ਸਾਰੇ ਵੈਲਕਮ ਨੇ। ਪਰ ਵਰਕਰਾਂ ਲਈ ਤਾਂ ਅਸੀਂ ਘਰ ਘਰ ਜਾ ਕੇ ਉਹਨਾਂ ਨੂੰ ਰੁੱਸਿਆਂ ਨੂੰ ਮਨਾਵਾਂਗੇ ਤਾਂ ਕਿ ਪਾਰਟੀ ਨੂੰ ਆਪਣੀਆਂ ਲੀਹਾਂ 'ਤੇ ਖੜੇ, ਕਿਉਂਕਿ ਵਰਕਰਾਂ ਬਿਨਾਂ ਕੋਈ ਪਾਰਟੀ ਚੱਲ ਨਹੀਂ ਸਕਦੀ। ਔਰ ਬਾਲ ਸਾਹਿਬ ਦੀ ਸਾਨੂੰ ਸਾਰਿਆਂ ਨੂੰ ਹਦਾਇਤ ਵੀ ਹੈ ਕਿ ਵਰਕਰ ਕੋਈ ਵੀ ਹੈ ਉਹ ਤੱਕ ਪਹੁੰਚ ਕਰਕੇ ਉਹਨਾਂ ਨੂੰ ਨਾਲ ਲਾਈਏ। ਤੁਸੀਂ ਆਪਣੇ ਪੱਧਰ ਤੇ ਕਿੱਥੇ ਦੇਖਦੇ ਹੋ ਇਸ ਵਕਤ ਅਕਾਲੀ ਦਲ ਨੂੰ? ਕੀ 2022 ਤੋਂ ਬਾਅਦ ਅਕਾਲੀ ਦਲ ਦਾ ਮਿਆਦ ਉੱਚਾ ਹੋਇਆ? ਕਿ ਹੁਣ 2024 ਦੀ ਜਿਹੜੀ ਲੜਾਈ ਹੈ, ਸਿਆਸੀ ਲੜਾਈ, ਉਹਦੇ ਵਿੱਚ ਅਕਾਲੀ ਦਲ ਆਪਣਾ ਪਰਚਮ ਬੁਲੰਦ ਕਰ ਪਾਏਗੀ? ਕਿੰਨੇ ਕੁ ਹਾਲਾਤ ਤੁਸੀਂ ਦੇਖਦੇ ਹੋ? ਦੇਖੋ, ਅਸੀਂ ਮਹਿਸੂਸ ਕਰਦੇ ਹਾਂ ਵੀ ਕੁਛ ਨਾ ਕੁਛ ਚੇਂਜਿਸ ਅੱਗੇ ਨਾਲੋਂ ਫਰਕ ਤਾਂ ਹੈਗਾ ਹੀ ਆ। ਤੁਸੀਂ ਜਿਵੇਂ ਜਲੰਧਰ ਦੀ ਬਾਈ ਇਲੈਕਸ਼ਨ ਹੋ ਕੇ ਹਟੀ ਹੈ ਪਾਰਲੀਮੈਂਟ ਦੀ, ਅਸੀਂ ਕਹਿੰਦੇ ਹਾਂ ਠੀਕ ਹੈ ਅਸੀਂ ਤੀਜੇ ਨੰਬਰ 'ਤੇ ਰਹੇ, ਪਰ ਸਾਨੂੰ ਵੀ 1,60,000 ਵੋਟ ਪਈ ਹੈ। ਔਰ ਜਲੰਧਰ ਸੀਟ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਮਤਲਬ ਸਟਰੋਂਗ ਹੋਲਡ ਨਹੀਂ ਰਿਹਾ, ਇੱਕ ਦੋ ਵਾਰ ਤੋਂ ਬਿਨਾਂ ਹਮੇਸ਼ਾ ਉੱਥੇ ਕਾਂਗਰਸ ਹੀ ਜਿੱਤਦੀ ਰਹੀ ਹੈ। ਸੋ ਫਿਰ ਵੀ ਅਸੀਂ ਚੰਗੀ ਕਾਰਗੁਜ਼ਾਰੀ ਦਿਖਾਈ ਆ, 1,60,000 ਵੋਟ ਸਾਨੂੰ ਪਈ ਆ। ਔਰ ਇੰਨੇ ਗੌਰਮੈਂਟ ਮਸ਼ੀਨਰੀ ਦਾ ਮਿਸਯੂਜ਼ ਹੋਇਆ, ਮਨੀ ਮਸਲ ਪਾਵਰ ਦਾ ਮਿਸਯੂਜ਼ ਹੋਇਆ, ਸਰਪੰਚ ਜਾਂ ਜਿਹੜੇ ਅਥਾਰਟੀਜ਼ ਲੋਕ ਸੇਵਾ ਕਰ ਰਹੇ ਨੇ ਲੋਕ, ਉਹਨਾਂ 'ਤੇ ਇੰਨਾ ਪ੍ਰੈਸ਼ਰ ਸੀ ਕਿ ਉਹਨਾਂ ਦੇ ਰਿਕਾਰਡ ਚੱਕੇ ਗਏ, ਉਹਨਾਂ ਨਾਲ ਕੀ ਕੀ ਕੀਤਾ ਗਿਆ, ਦੁਰਵਿਹਾਰ ਕੀ ਹੋਇਆ। ਸੋ ਸਾਰੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਚੰਗੀ, ਮੈਂ ਸਮਝਦਾ ਅਸੀਂ ਵੋਟ ਲੈ ਕੇ ਗਏ ਹਾਂ। ਔਰ ਇਹ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜਾ ਹੈ ਤੁਸੀਂ ਦੇਖੋਗੇ ਪਾਰਲੀਮੈਂਟ 'ਚ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਨਾਲ ਹੀ ਟੱਕਰ ਹੋਊਗੀ ਜਿਹਦੀ ਹੋਊਗੀ 13 ਦੀਆਂ 13 ਸੀਟਾਂ 'ਤੇ। ਔਰ ਹੋਰ ਕੋਈ ਪਾਰਟੀ ਤੀਜੀ ਧਿਰ ਜਾਂ ਚੌਥੀ ਧਿਰ ਨਜ਼ਰ ਨਹੀਂ ਆਊਗੀ। ਇਹ ਤੁਸੀਂ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ 'ਚ। ਔਰ ਲੋਕ ਇਹ ਮਹਿਸੂਸ ਕਰਦੇ ਨੇ ਕਿ ਖੇਤਰੀ ਪਾਰਟੀ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ ਹੈ। ਸਾਨੂੰ ਇਹ ਪੂਰਨ ਆਸ ਹੈ ਕਿ 2024 'ਚ ਵਧੀਆ ਰਿਜ਼ਲਟ ਮਿਲਣਗੇ ਔਰ ਸਾਡੇ ਕੈਂਡੀਡੇਟ ਵੀ ਵਧੀਆ ਹੋਣਗੇ। ਔਰ ਉਸ ਟਾਈਮ ਦਾ ਜਿੰਨੀ ਡਿਊਟੀ ਲਾਈ ਗਈ ਹੈ ਸਾਡੀ ਕੰਮ ਕਰਨ ਲਈ, ਉਹ ਕੰਮ ਵੀ ਅਸੀਂ ਬੜੇ ਨੇਕੀ ਅਤੇ ਇਮਾਨਦਾਰੀ ਨਾਲ ਕਰਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ। ਅਗਰ ਤੁਸੀਂ ਕਿਹਾ ਕਿ ਜਿਹਦਾ ਵੀ ਕੰਪੀਟੀਸ਼ਨ ਹੋਊਗਾ ਅਕਾਲੀ ਦਲ ਦੇ ਨਾਲ ਹੋਊਗਾ, ਲੇਕਿਨ ਤੁਹਾਡੇ ਵਿਰੋਧ ਦੇ ਵਿੱਚ ਇਸ ਵਕਤ ਇੱਕ ਹੋਰ ਗੱਠਜੋੜ ਖੜਾ ਆ। ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਈਅੰਸ ਵੀ ਹੋ ਰਿਹਾ, ਉਹਦਾ ਕਿੰਨਾ ਕੁ ਨੁਕਸਾਨ ਤੁਸੀਂ ਦੇਖਦੇ ਹੋ? ਕਿ ਅਗਰ ਉਹ ਗੱਠਜੋੜ ਪੰਜਾਬ 'ਚ ਵੀ ਹੋ ਜਾਂਦਾ ਤੇ ਫਿਰ ਅਕਾਲੀ ਦਲ ਨੂੰ ਕਿੰਨਾ ਕੁ ਨੁਕਸਾਨ ਹੋਏਗਾ ਇਹਦਾ, ਜਾਂ ਉਸ ਤੋਂ ਬਾਅਦ ਕਿੰਨਾ ਕੁ ਕੰਪੀਟੀਸ਼ਨ ਅਕਾਲੀ ਦਲ ਦੇ ਲਈ ਵਧੇਗਾ? ਦੇਖੋ, ਪੰਜਾਬ ਦੇ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਈ ਸੀ, ਉਹ ਕੁਛ ਤਾਂ ਕੂੜ ਪ੍ਰਚਾਰ ਦੀ ਗੱਲ ਸੀ, ਕੁਛ ਇੱਕ ਬਦਲਾਅ ਦੀ ਲਹਿਰ ਸੀ। ਦੋਨੋਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਨੂੰ ਲੋਕਾਂ ਨੇ ਲੰਮਾ ਸਮਾਂ ਰਾਜ ਭਾਗ ਦੇ ਕੇ ਰੱਖੇ। ਔਰ ਇੱਕ ਐਸੀ ਚਰਚਾ ਚੱਲ ਪਈ ਪੰਜਾਬ 'ਚ ਵੀ ਤੀਜੀ ਧਿਰ ਨੂੰ ਲਿਆ ਕੇ ਦੇਖੀ, ਔਰ ਉਸ ਦੇ ਤਹਿਤ ਉਹਨਾਂ ਨੂੰ ਵੋਟਾਂ ਪਾਈਆਂ। ਅੱਜ ਜੇ ਫਿਰ ਉਹ ਉਸੇ ਕਾਂਗਰਸ ਨੂੰ, ਜਿਹਦੇ ਮੇਰਾ ਖਿਆਲ ਹੈ ਉਹਨਾਂ ਨੇ ਘੱਟ ਤੋਂ ਘੱਟ 7-8 ਮੰਤਰੀਆਂ 'ਤੇ ਜਾਂ ਉਹਨਾਂ ਦੇ MLA ਤੇ ਤਾਂ ਵਿਜੀਲੈਂਸ ਦੇ ਪਰਚੇ ਦਰਜ ਕਰੇ ਨੇ, ਔਰ 8-7 ਡਰਦੇ BJP 'ਚ ਚਲੇ ਗਏ। ਐਂ ਸਮਝ ਲਓ ਵੀ ਤਕਰੀਬਨ 70% ਉਹਨਾਂ ਦੀ ਕੈਬਨਿਟ ਸੀ ਜਿਹੜੀ ਜਾਂ BJP ਚਲੀ ਗਈ ਜਾਂ ਪਰਚਿਆਂ 'ਚ ਸ਼ਾਮਲ ਹੈ। ਫਿਰ ਉਹਨਾਂ ਲੋਕਾਂ ਨਾਲ ਹੀ ਜਦੋਂ ਉਹ ਸਟੇਜਾਂ ਸਾਂਝੀਆਂ ਕਰਕੇ ਅਤੇ ਉਹਨਾਂ ਦੇ ਹੱਕ 'ਚ ਇੱਕ ਦੂਜੇ ਦੇ ਬੋਲਿਆ ਕਰਨਗੇ, ਉਹਨਾਂ 'ਚੋਂ ਕੈਂਡੀਡੇਟ ਹੋਣਗੇ, ਤਾਂ ਫਿਰ ਪੰਜਾਬ ਦੇ ਲੋਕ ਇੰਨੇ ਪਾਗਲ ਤਾਂ ਹੈ ਨਹੀਂ ਵੀ ਪੰਜਾਬ ਦੇ ਲੋਕ ਉਹ ਫਿਰ ਉਹਨੂੰ ਐਕਸੈਪਟ ਕਰ ਲੈਣਗੇ ਉਸ ਅਲਾਇੰਸ ਨੂੰ। ਲੋਕ ਵੀ ਸਮਝਣਗੇ ਨਾ ਫਿਰ ਤੁਹਾਡਾ ਏਜੰਡੇ 'ਚ ਫਰਕ ਕੀ ਹੈ। ਸੋ ਇਹ ਚੀਜ਼ਾਂ ਸਾਰੀਆਂ ਲੋਕ ਸਮਝਦੇ ਨੇ
ਵੀ ਇਹ ਸਿਰਫ ਰਾਜ ਭਾਗ ਸਥਾਪਿਤ ਰੱਖਣ ਲਈ ਅੱਜ ਆਮ ਆਦਮੀ ਪਾਰਟੀ ਦਾ ਗ੍ਰਾਫ ਲੋਕਾਂ ਦੇ ਨਜ਼ਰਾਂ ਥੱਲੇ ਚਲਿਆ ਗਿਆ। ਉਹਨਾਂ ਨੂੰ ਡਰਾਮੇਬਾਜ਼ ਪਾਰਟੀ ਲੋਕ ਗਿਣਨ ਲੱਗ ਗਏ। ਹੁਣ ਕਾਂਗਰਸ ਦੇ ਸਹਾਰਾ ਲੈ ਕੇ ਵੀ ਦੁਬਾਰਾ ਲੋਕ ਸਭਾ ਦੀਆਂ ਸੀਟਾਂ ਜਿੱਤਣੀਆਂ ਚਾਹੁੰਦੇ ਨੇ, ਔਰ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਐਕਸੈਪਟ ਨਹੀਂ ਕਰਨਾ, ਟੋਟਲੀ ਰਿਜੈਕਟ ਕਰਨਗੇ, ਔਰ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਐਕਸੈਪਟ ਕਰਨਗੇ। ਇਸ ਕਰਕੇ ਕਿ ਸਾਰੇ ਆਪਣੇ ਦੇਖੇ ਹੋਏ ਨੇ, ਇਹ ਵੀ ਦੇਖ ਲਏ, ਇਹ ਦੁਬਾਰਾ ਫਿਰ ਉੱਥੇ ਜਾ ਕੇ ਇੱਕੋ ਹੀ ਗੱਲ ਕਰਦੇ ਨੇ, ਔਰ ਪੰਜਾਬ ਦੇ ਹੱਕਾਂ ਦੀ ਗੱਲ ਕਿਸੇ ਨੇ ਕਰਨੀ ਨਹੀਂ, ਨਾ ਕਾਂਗਰਸ ਨੇ ਕੀਤੀ ਹੈ। ਕਾਂਗਰਸ ਦੇ ਅਲਾਇੰਸ 'ਚ ਰਹਿ ਕੇ, ਕਾਂਗਰਸ ਦੀ ਅਗਵਾਈ ਵਾਲੇ ਅਲਾਇੰਸ 'ਚ ਰਹਿ ਕੇ ਫਿਰ ਆਪ ਵਾਲੇ ਉੱਥੇ ਪੰਜਾਬ ਦੀ ਗੱਲ ਕਿੱਥੋਂ ਕਰਨਗੇ ਜੀ? ਕਾਂਗਰਸ ਨੇ ਤਾਂ ਕੀਤੀ ਹੋਈ ਨਹੀਂ ਕਦੇ 75 ਸਾਲਾਂ 'ਚ। ਸੋ ਇਸ ਲਈ ਪੰਜਾਬ ਦੀ ਗੱਲ ਜਿਹੜੀ ਕਰਨ ਲੋਕ, ਸਿਰਦ ਲੋਕ ਪੰਜਾਬ ਦੇ ਚਾਹੁੰਦੇ ਨੇ ਕਿ ਪੰਜਾਬ ਦੀ ਗੱਲ ਹੋਵੇ, ਪੰਜਾਬ ਉੱਠੇ ਔਰ ਪੰਜਾਬ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ, ਉਹ ਅਕਾਲੀ ਦਲ ਨੂੰ ਦੁਬਾਰਾ ਅਡਾਪਟ ਕਰਨਗੇ। ਲੋਕਾਂ ਨੇ ਸਾਰਾ ਦੇਖ ਲਿਆ। ਵਿਰੋਧੀ ਧਿਰ ਵੱਲੋਂ ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਕਿ ਸਿਰਫ ਅਕਾਲੀ ਦਲ ਦੇ ਵੱਲੋਂ 10 ਜਿਹੜੀਆਂ ਥਾਵਾਂ ਤੇ ਇੰਚਾਰਜ ਲਗਾਏ ਗਏ ਨੇ, ਬਾਕੀ ਦੀਆਂ ਥਾਵਾਂ ਤੇ ਹਜੇ ਇੰਚਾਰਜ ਲਾਏ ਨਹੀਂ। ਕਹਿੰਦੇ ਕਿ ਉੱਥੇ ਭਾਜਪਾ ਨਾਲ ਗੱਠਜੋੜ ਤੋਂ ਬਾਅਦ ਕਹਿੰਦੇ ਉਹ ਥਾਵਾਂ ਭਾਜਪਾ ਨੂੰ ਦੇਣੀਆਂ ਨੇ। ਨਹੀਂ, ਐਸੀ ਕੋਈ ਗੱਲ ਨਹੀਂ ਹੈ ਜੀ। ਦੇਖੋ ਠੀਕ ਹੈ, ਅਲਾਇੰਸ 'ਚ ਜਿਵੇਂ ਫਤਿਹਗੜ੍ਹ ਸਾਹਿਬ ਸੀਟ ਹੈ, ਇੱਥੇ ਕੋਈ ਇੰਚਾਰਜ ਨਹੀਂ ਲਾਇਆ। ਫਤਿਹਗੜ੍ਹ ਸਾਹਿਬ ਸੀਟ ਤਾਂ ਅੱਜ ਤੱਕ ਕਿਸੇ ਕੋਲ ਗਈ ਹੋਈ ਨਹੀਂ, ਹਮੇਸ਼ਾ ਹੀ ਅਕਾਲੀ ਦਲ ਲੜਦਾ ਰਿਹਾ। ਅਤੇ ਉਹ ਹਾਲੇ ਪਾਰਟੀ ਹੋ ਸਕਦਾ ਇਸ ਚੀਜ਼ ਦੀ ਭਾਲ 'ਚ ਹੋਵੇ ਵੀ ਕਿਹੜਾ ਵਿਅਕਤੀ ਸਹੀ ਢੰਗ ਨਾਲ ਉਹਨਾਂ ਹਲਕਿਆਂ 'ਚ ਕੰਮ ਕਰ ਸਕਦਾ, ਅਤੇ ਉਹ ਕੋਸ਼ਿਸ਼ ਹੁੰਦੀ ਹੈ, ਸੋਚ ਸਮਝ ਕੇ ਪਾਰਟੀ ਨੇ ਫੈਸਲੇ ਲੈਣੇ ਹੁੰਦੇ ਨੇ। ਸੋ 10 ਹਲਕਿਆਂ 'ਚ ਕੰਮ ਕਰਨ ਬੰਦੇ ਲਾਤੇ, ਔਰ 3 ਜਿਹੜੇ ਹਲਕੇ ਨੇ ਉਹਨਾਂ 'ਤੇ ਵੀ ਲਾ ਦੇਣਗੇ। ਜੇ ਕਿਸੇ ਨਾਲ ਸਾਡਾ ਬਸਪਾ ਨਾਲ ਅੱਜ ਗੱਠਜੋੜ ਚੱਲ ਰਿਹਾ, ਜੇ ਕੋਈ ਸੀਟਾਂ ਬਸਪਾ ਨੂੰ ਵੀ ਜਾਂਦੀਆਂ ਨੇ ਤਾਂ ਉਹ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਜਾਣਗੀਆਂ, ਪਰ ਮਤਲਬ ਉੱਥੇ ਬੰਦੇ ਕੰਮ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਬੰਦੇ ਕੰਮ ਕਰਦੇ ਰਹਿਣਗੇ। ਸੋ ਇਹ ਨਹੀਂ ਹੈ ਵੀ ਉਹ ਸੀਟਾਂ ਇਸ ਕਰਕੇ ਛੱਡੀਆਂ ਨੇ ਵੀ ਉੱਥੇ ਕਿਸੇ ਨੂੰ ਪਾਰਟੀ ਨੂੰ ਸੀਟਾਂ ਦਿੱਤੀਆਂ ਜਾਣੀਆਂ ਨੇ। ਜੇ ਕੋਈ ਅਲਾਇੰਸ ਹੁੰਦਾ, ਸੀਟਾਂ ਤਾਂ ਕੋਈ ਇਹਨਾਂ 'ਚੋਂ ਵੀ ਉਹਨਾਂ 'ਚੋਂ ਵੀ ਦਿੱਤੀਆਂ ਜਾ ਸਕਦੀਆਂ, ਕਿਸੇ ਨਾਲ ਹੁੰਦਾ। ਬਸਪਾ ਨਾਲ ਅਲਾਇੰਸ 'ਚ ਵੀ ਸੀਟਾਂ ਤਾਂ ਜਾਣੀਆਂ ਹੀ ਨੇ। ਸੋ ਪਰ ਉਹ ਸੀਟਾਂ ਅਤੇ ਕੰਮ ਆ ਜਿਹੜਾ ਅਕਾਲੀ ਕੈਡਰ ਦੇ ਬੰਦੇ ਜਿਹੜੇ ਇੰਚਾਰਜ ਲਾਏ ਨੇ ਉਹ ਕੰਮ ਕਰਦੇ ਰਹਿਣਗੇ, ਤਾਂ ਕਿ ਉਸ ਅਲਾਇੰਸ ਨੂੰ ਵੀ ਫਾਇਦਾ ਹੋਵੇ ਉਹਦੇ ਨਾਲ। ਇਹ ਹੈ। ਬਿਲਕੁਲ, ਅਸੀਂ ਗੱਲ ਕੀਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਇਕਬਾਲ ਸਿੰਘ ਝੁੰਦਾ ਜੀ, ਉਹਨਾਂ ਦੇ ਨਾਲ ਗੱਲ ਕੀਤੀ। ਉਹਨਾਂ ਨੇ ਮੁੱਖ ਤੌਰ 'ਤੇ ਜਿਹੜੇ ਇਸ ਵਕਤ ਲੋਕ ਸਭਾ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ, ਜਾਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਅਲਾਇੰਸ ਨੂੰ ਲੈ ਕੇ, ਕਹਿੰਦੇ ਅਲਾਇੰਸ ਜੇਕਰ ਹੋ ਸਕਦਾ ਪੋਸੀਬਲ ਹੋ ਜਾਏ, ਲੇਕਿਨ ਭਾਜਪਾ ਨੂੰ ਪੰਜਾਬ ਨੂੰ ਪਹਿਲਾਂ ਕੁਝ ਦੇਣਾ ਪਏਗਾ, ਜਿਸ ਦੇ ਆਧਾਰ 'ਤੇ ਬਾਅਦ 'ਚੋਂ ਉਹ ਵੋਟਾਂ ਮੰਗਣ ਜੋਗੇ ਵੀ ਹੋਣ। ਲੇਕਿਨ ਜਿਸ ਵਕਤ ਗੱਲ ਕੀਤੀ ਜਾਂਦੀ ਹੈ ਹੋਰ ਸਾਰੇ ਮਸਲਿਆਂ ਨੂੰ ਲੈ ਕੇ, ਭਾਵੇਂ ਉਹ ਵਿਰੋਧੀ ਧਿਰਾਂ ਜੋ ਕਹਿ ਰਹੀਆਂ ਨੇ, ਜਾਂ ਇਸ ਵਕਤ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਗਏ ਲੋਕ ਨੇ, ਉਹਨਾਂ ਦੇ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਵੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਝੁੰਦਾ ਸਾਹਿਬ ਨੇ ਦੱਸੀਆਂ ਕਿ ਕੀ ਚੀਜ਼ਾਂ ਨੇ ਔਰ ਕਿਉਂ ਹੈ। ਇੱਕ ਸਵਾਲ ਜਿਹੜਾ ਸਭ ਤੋਂ ਵੱਧ ਆਉਂਦਾ ਹੈ ਸਾਹਮਣੇ, ਉਹ ਆਉਂਦਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ, ਔਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਉਹਨਾਂ ਨੇ ਕਿਹਾ, ਕਹਿੰਦੇ ਕਿ ਇੱਕ ਬਦਲਾਵ ਜ਼ਰੂਰ ਦੇਖਣ ਨੂੰ ਮਿਲਿਆ ਸੁਖਬੀਰ ਸਿੰਘ ਬਾਦਲ ਦੇ ਵਿੱਚ। ਜਿਸ ਵਕਤ ਉਹ ਵਰਕਰ ਜਿਹੜਾ ਆਪਣੇ ਘਰ ਬਹਿ ਗਿਆ ਸੀ, ਪਾਰਟੀ ਤੋਂ ਦੂਰ ਹੋ ਕੇ ਬਹਿ ਗਿਆ ਸੀ, ਉਹਨੂੰ ਦੀਵਾਰ ਤੋਂ ਨਾਲ ਜੋੜਿਆ ਜਾ ਰਿਹਾ ਹੈ। ਔਰ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਵਰਕਰ ਨਾਰਾਜ਼ ਹੈ ਤੇ ਕਹਿੰਦੇ ਅਸੀਂ ਲੋੜ ਪੈਣ 'ਤੇ ਉਹਦੇ ਘਰ ਤੱਕ ਜਾ ਕੇ ਵੀ ਉਹਨੂੰ ਮਨਾਵਾਂਗੇ, ਕਿਉਂਕਿ ਵਰਕਰ ਅਜਿਹੀ ਇੱਕ ਚੀਜ਼ ਹੈ, ਇੱਕ ਕਹਿ ਸਕਦੇ ਹੋ ਤੁਸੀਂ ਪਾਰਟੀ ਦੇ ਵਿੱਚ ਇੱਕ ਇੰਨਾ ਇੰਪੋਰਟੈਂਟ ਹਿੱਸਾ ਹੈ, ਕਿਉਂਕਿ ਉਹ ਵਰਕਰ ਨਹੀਂ ਬਾਅਦ 'ਚੋਂ ਵੋਟਾਂ ਹੋਰ ਲੈ ਕੇ ਆਉਣੀਆਂ ਨੇ। ਔਰ ਇਹਦੇ ਆਧਾਰ 'ਤੇ ਹੀ ਹੁਣ ਤਿਆਰੀ ਚੱਲ ਰਹੀ ਹੈ ਕਿ ਲੋਕ ਸਭਾ ਕਿਵੇਂ ਲੜਨੀ ਹੈ। ਇੰਚਾਰਜ ਤਿਆਰ ਨੇ, ਹੁਣ ਤਿਆਰ ਹੋ ਕੇ ਲੋਕ ਸਭਾ ਦੀ ਜਿਹੜੀਆਂ ਤਿਆਰੀਆਂ ਨੇ ਔਰ ਉਹਨਾਂ ਨੂੰ ਜਿੱਤਣ ਦੀ ਜਿਹੜੀ ਹੈ ਉਹ ਕੰਮ ਜਾਰੀ ਹੈ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ।